ਵਾਹਿਗੁਰੂ ਸਾਹਿਬ ਜੀ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੇ ਤਿਨ ਹੱਥ ਚੜਿਆ ਰਾਮ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਨੌਵਾਂ। ਸਾਧੋ ਰਚਨਾ ਰਾਮ ਬਣਾਈ। ਇਕ ਬਿਨਸੈ ਇਕ ਆਸਥਿਰ ਮਾਨੈ। ਅਚਰਜ ਲਖਿਓ ਨਾ ਜਾਈ। ਰਹਾਉ ਕਾਮ ਕ੍ਰੋਧ ਮੋਹ ਬਸ ਪ੍ਰਾਣੀ। ਹਰ ਮੂਰਤ ਬਿਸਰਾਈ। ਝੂਠਾ ਤਨ ਸਾਚਾ ਕਰ ਮਾਨਿਓ। ਜਿਉ ਸੁਪਨਾ ਰਹਿ ਨਾਈ। ਜੋ ਦੀਸੈ ਸੋ ਸਗਲ ਬਿਨਾਸੈ। ਜਿਉ ਬਾਦਰ ਕੀ ਛਾਈ। ਜਨ ਨਾਨਕ ਜਗ ਜਾਣਿਓ ਮਿਥਿਆ। ਰਹਿਓ ਰਾਮ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਤ ਸੰਗਤ ਜੀ। ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਸਦਕਾ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ, ਆਪ ਜੀ ਨੇ ਜਿਸ ਪਾਵਨ ਸ਼ਬਦ ਦਾ ਪਾਠ ਸਰਵਣ ਕੀਤਾ ਹੈ, ਇਹ ਪਾਵਨ ਸ਼ਬਦ ਗੁਰੂ ਨਾਨਕ ਜੋਤ ਦੇ ਨੌਵੇਂ ਮਾਲਕ ਤਿਆਗ ਬੈਰਾਗ ਦੀ ਮੂਰਤ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਉਚਾਰਨ ਹੋਇਆ ਗੌੜੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ 219 ਅੰਗ 'ਤੇ ਸੁਭਾਇਮਾਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਸਾਨੂੰ ਇਸ ਪਰਮਾਤਮਾ ਦੀ ਰਚਨਾ ਨੂੰ ਨਾਸਵੰਤ ਦੱਸਦਿਆਂ ਹੋਇਆਂ ਜੋ ਸਦੀਵੀ ਅਤੇ ਸਥਿਰ ਰਹਿਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ, ਉਸ ਪਰਮਾਤਮਾ ਦੇ ਨਾਲ ਆਪਣੇ ਮਨ ਦੀ ਪ੍ਰੀਤ ਪਾਉਣ ਦੀ ਆਗਿਆ ਕੀਤੀ ਹੈ, ਹੁਕਮ ਕੀਤਾ ਹੈ, ਉਪਦੇਸ਼ ਕੀਤਾ ਹੈ ਕਿ ਉਹ ਜੋ ਸਦਾ ਥਿਰ ਪਰਮਾਤਮਾ ਹੈ, ਭਾਈ ਉਸ ਵਾਹਿਗੁਰੂ ਦੀ ਸ਼ਰਨ ਨੂੰ ਗ੍ਰਹਿਣ ਕਰ। ਸਾਧ ਸੰਗਤ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਨੂੰ ਆਮ ਕਰਕੇ ਅਸੀਂ ਬੈਰਾਗਮਈ ਬਾਣੀ ਜੋ ਹੈ ਉਹ ਦੱਸਦੇ ਹਾਂ, ਕਿਉਂਕਿ ਧਰਮ ਦਾ ਜਿਹੜਾ ਸੰਬੰਧ ਹੈ ਸਾਧ ਸੰਗਤ, ਧਰਮ ਨੂੰ ਕਮਾਉਣ ਦਾ, ਅਕਾਲ ਪੁਰਖ ਦੇ ਵਿੱਚ ਲੀਨ ਹੋਣ ਦਾ, ਅਕਾਲ ਪੁਰਖ ਦੇ ਵਿੱਚ ਅਭੇਦ ਹੋਣ ਦਾ, ਉਹਦੇ ਵਾਸਤੇ ਬੈਰਾਗ ਬਹੁਤ ਜ਼ਰੂਰੀ ਹੈ। ਜਿਵੇਂ ਗੁਰੂ ਸਾਹਿਬ ਦੀ ਬਾਣੀ ਦੇ ਅੰਦਰ ਬਚਨ ਹਨ ਕਿ ਬਿਨ ਬੈਰਾਗ ਨਾ ਛੂਟ ਸਮਾਇਆ। ਜਿੰਨਾ ਚਿਰ ਮਨ ਦੇ ਅੰਦਰ ਬੈਰਾਗ ਪੈਦਾ ਨਹੀਂ ਹੁੰਦਾ, ਉਹਨਾਂ ਚਿਰ ਮਨ ਦੇ ਅੰਦਰੋਂ ਜਿਹੜੀ ਮਾਇਆ ਦੀ ਪਕੜ ਬਣੀ ਹੋਈ ਹੈ, ਮਾਇਆ ਦੀ ਮਮਤਾ ਜਿਹੜੀ ਮਨ ਨੂੰ ਲੱਗੀ ਹੋਈ ਹੈ, ਉਹ ਮਾਇਆ ਦੀ ਪਕੜ, ਮਾਇਆ ਦੀ ਮਮਤਾ ਛੁੱਟਦੀ ਨਹੀਂ ਹੈ। ਸੰਸਾਰ ਦੇ ਉੱਤੇ ਸਮੇਂ-ਸਮੇਂ 'ਤੇ ਬੜੇ ਐਸੇ ਸਤਿਪੁਰਸ਼ ਹੋਏ ਜਿਨ੍ਹਾਂ ਦੇ ਮਨਾਂ ਵਿੱਚ ਕੁਝ ਧਰਮ ਨੂੰ ਕਮਾਉਣ ਦਾ ਚਾਅ ਪੈਦਾ ਹੋਇਆ। ਮਨ ਦੇ ਵਿੱਚ ਖਿਆਲ ਆਇਆ ਵੀ ਇਹ ਜੀਵਨ ਕੇਵਲ ਸੰਸਾਰੀ ਪਦਾਰਥਾਂ ਦੇ ਭੋਗਣ ਵਾਸਤੇ ਪ੍ਰਾਪਤ ਨਹੀਂ ਹੋਇਆ, ਇਹਦੇ ਤੋਂ ਇਲਾਵਾ ਵੀ ਇਸ ਜੀਵਨ ਦਾ ਕੋਈ ਮਕਸਦ ਹੈ, ਕੋਈ ਮਨੋਰਥ ਹੈ। ਉਸ ਮਨੋਰਥ ਦੀ ਪੂਰਤੀ ਦੇ ਵਾਸਤੇ ਉਹਨਾਂ ਨੇ ਵੇਖਿਆ ਆਪਣੀ ਮੱਤ ਅਨੁਸਾਰ ਕਿ ਜਿਹੜੇ ਘਰ ਵਿੱਚ, ਜਿਹੜੇ ਪਰਿਵਾਰ ਵਿੱਚ, ਸੰਸਾਰ ਵਿੱਚ ਅਸੀਂ ਰਹਿ ਰਹੇ ਹਾਂ, ਇਹ ਤਾਂ ਸਾਰੇ ਬੰਧਨ ਰੂਪ ਨੇ, ਇਹਨਾਂ ਨੂੰ ਛੱਡ ਕੇ ਚਲੇ ਜਾਣਾ ਚਾਹੀਦਾ ਹੈ। ਬੈਰਾਗ ਹੋਇਆ, ਪਰ ਉਹ ਬੈਰਾਗ ਬਾਹਰੀ ਸੀ ਅਤੇ ਤਨ ਕਰਕੇ ਉਹਨਾਂ ਨੇ
ਉਹ ਘਰ ਨੂੰ, ਪਰਿਵਾਰ ਨੂੰ, ਸੰਸਾਰ ਨੂੰ ਛੱਡ ਦਿੱਤਾ। ਪਰਿਵਾਰ, ਘਰ ਤੇ ਸਾਰਾ ਕੁਝ ਛੱਡ ਦਿੱਤਾ, ਪਰ ਜਿੱਥੇ ਵੀ ਗਏ ਬਾਹਰ ਜਿਨ੍ਹਾਂ ਦਾ ਤਿਆਗ ਕਰਨਾ ਸੀ ਵਿਸ਼ੇ ਵਿਕਾਰ, ਉਹਨਾਂ ਨੂੰ ਨਾਲ ਹੀ ਲੈ ਗਏ। ਮਹਾਰਾਜ ਨੇ ਬਾਣੀ ਅੰਦਰ ਬਚਨ ਕਹੇ ਕਿ ਪੂੰਅਰ ਤਾਪ ਗੇਰੀ ਕੇ ਬਸਤਰਾ, ਅਬਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਦੇਸ ਛੋੜ ਪਰਦੇਸੈ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਕਿ 5 ਜਿਹੜੇ ਵਿਕਾਰ ਸਨ, ਜਿੱਧਰ ਵੀ ਗਿਆ ਉਹਨਾਂ ਨੂੰ ਨਾਲ ਹੀ ਲੈ ਗਿਆ। ਇੱਥੋਂ ਤੱਕ ਕਿ ਉਹ ਜਿਹੜਾ ਤਿਆਗ ਸੀ, ਉਹਦੀ ਵੀ ਇੱਕ ਹੋਰ ਹਉਮੈ ਮਨ ਦੇ ਅੰਦਰ ਮੈਲ ਲੱਗ ਗਈ ਕਿ ਮੈਂ ਹੁਣ ਤਿਆਗੀ ਹੋ ਗਿਆ, ਮੈਂ ਬੈਰਾਗੀ ਬਣ ਗਿਆ। ਜਿਸ ਕਰਕੇ ਭਗਤ ਕਬੀਰ ਸਾਹਿਬ ਜੈਸੇ ਮਹਾਂਪੁਰਖਾਂ ਨੂੰ ਕਹਿਣਾ ਪਿਆ, ਕਬੀਰ ਮਾਇਆ ਤਜੀ ਤਾਂ ਕਿਆ ਭਇਆ, ਜੋ ਮਾਣ ਤਜਿਆ ਨਾ ਜਾਏ, ਮਾਣ ਮੁਨੀ ਮੁਨਵਰ ਗਲੇ, ਮਾਣ ਸਭੈ ਕੋ ਖਾਏ। ਕੀ ਹੋਇਆ ਜੇ ਮਾਇਆ ਦੇ ਪਦਾਰਥਾਂ ਦਾ ਤਿਆਗ ਕਰ ਦਿੱਤਾ, ਪਰ ਉਸ ਤਿਆਗ ਦੀ ਵੀ ਅੰਦਰ ਹਉਮੈ ਬਣੀ ਹੋਈ ਹੈ, ਮਮਤਾ ਬਣੀ ਹੋਈ ਹੈ, ਅੰਦਰ ਮਾਣ ਬਣ ਗਿਆ ਇੱਕ ਵੀ ਮੈਂ ਤਿਆਗੀ ਹਾਂ, ਮੈਂ ਬੈਰਾਗੀ ਹਾਂ, ਅਤੇ ਇਹ ਮਾਣ ਹੀ ਤੇ ਸਾਰਿਆਂ ਨੂੰ ਖਾ ਰਿਹਾ। ਇਸ ਕਰਕੇ ਸਤਿਗੁਰਾਂ ਨੇ ਉਸ ਬੈਰਾਗ ਨੂੰ, ਉਸ ਤਿਆਗ ਨੂੰ ਪ੍ਰਵਾਨ ਨਹੀਂ ਕੀਤਾ ਜਿਹੜਾ ਕੇਵਲ ਬਾਹਰੀ ਤਲ 'ਤੇ ਸੀ, ਸਰੀਰਕ ਤਲ 'ਤੇ ਸੀ। ਗੁਰਦੇਵ ਪਾਤਸ਼ਾਹ ਜੀ ਨੇ ਅੰਮ੍ਰਿਤਮਈ ਬਾਣੀ ਦੇ ਅੰਦਰ ਸਾਡੇ ਮਨ ਦੀ ਜਿਹੜੀ ਪਕੜ ਹੈ ਮਾਇਆ ਦੇ ਨਾਲ ਬਣੀ ਹੋਈ ਹੈ, ਉਹ ਪਕੜ ਟੁੱਟ ਜਾਵੇ। ਉਹ ਜਿਹੜੀ ਮਮਤਾ ਲੱਗੀ ਹੋਈ ਹੈ ਮਨ ਨੂੰ ਪਦਾਰਥਾਂ ਦੇ ਨਾਲ, ਜਿਸ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ, ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ। ਹਰ ਸਾਹ ਦੇ ਨਾਲ ਮਾਇਆ ਨੂੰ ਚੇਤੇ ਕਰਦਾ ਹੈ। ਮਾਇਆ ਦਾ ਇੱਕ ਰੂਪ ਨਹੀਂ, ਅਨੇਕਾਂ ਰੂਪ ਨੇ, ਵੱਖ ਵੱਖ ਰੂਪਾਂ ਵਿੱਚ, ਪੈਸੇ ਦੇ ਰੂਪ ਵਿੱਚ, ਸਰੀਰ ਦੇ ਰੂਪ ਵਿੱਚ, ਵਾਸ਼ਨਾ ਦੇ ਰੂਪ ਵਿੱਚ। ਸੋ ਇਸ ਤਰੀਕੇ ਦੇ ਨਾਲ ਅਨੇਕਾਂ ਰੂਪ ਨੇ ਮਾਇਆ ਦੇ। ਉਹ ਜਿਹੜੇ ਸਾਰੇ ਰੂਪਾਂ ਦੇ ਵਿੱਚ ਹਰ ਵੇਲੇ ਮਨ ਦੇ ਅੰਦਰ ਮਾਇਆ ਦੀ ਪਕੜ ਬਣੀ ਹੋਈ ਹੈ, ਮਹਾਰਾਜ ਨੇ ਉਹ ਸਾਡੇ ਮਨ ਦੀ ਪਕੜ ਨੂੰ ਤੋੜਨ ਦੇ ਵਾਸਤੇ ਸਾਨੂੰ ਗੁਰਬਾਣੀ ਅੰਦਰ ਅਨੇਕਾਂ ਅੰਮ੍ਰਿਤ ਬਚਨਾਂ ਦੇ ਨਾਲ ਇਸ ਗੱਲ ਨੂੰ ਸਮਝਾਇਆ ਕਿ ਭਾਈ ਇਹ ਜੋ ਕੁਝ ਵੀ ਤੂੰ ਦਿਸ ਰਿਹਾ ਹੈ, ਤੈਨੂੰ ਜੋ ਕੁਝ ਵੀ ਤੂੰ ਵੇਖ ਰਿਹਾ ਹੈ, ਇਹ ਸਾਰਾ ਮਿਥਿਆ ਹੈ, ਇਹ ਸਾਰਾ ਨਾਸਵੰਤ ਹੈ, ਇਹ ਬਿਨਸਨਹਾਰ ਹੈ। ਅਤੇ ਅਨੇਕਾਂ ਹੀ ਪ੍ਰਮਾਣ, ਅਨੇਕਾਂ ਹੀ ਉਦਾਹਰਨਾਂ ਗੁਰੂ ਸਾਹਿਬ ਜੀ ਨੇ ਇਸ ਪ੍ਰਥਾਏ ਬਾਣੀ 'ਚ ਦਿੱਤੀਆਂ ਨੇ, ਵੱਖ ਵੱਖ ਤਰੀਕਿਆਂ ਦੇ ਨਾਲ। ਕਿਤੇ ਇਹਨੂੰ ਕਿਹਾ ਹੈ ਵੀ ਇਹ ਬੱਦਲਾਂ ਦੀ ਛਾਂ ਵਾਂਗ ਹੈ, ਕਿਤੇ ਕਿਹਾ ਹੈ ਨਦੀ ਦੇ ਕੰਢੇ 'ਤੇ ਰੁੱਖ ਵਾਂਗੂ ਹੈ, ਕਿਤੇ ਕਿਹਾ ਹੈ ਰੇਤ ਦੇ ਘਰ ਵਾਂਗ ਹੈ, ਵੀ ਇਹ ਬਿਨਸਨਹਾਰ ਹੈ। ਉਹਨਾਂ ਸ਼ਬਦਾਂ ਦਾ ਭਾਵ ਇਹ ਨਹੀਂ ਵੀ ਬੰਦਾ ਇਹਨੂੰ ਛੱਡ ਦਵੇ, ਇਹਦਾ ਤਿਆਗ ਕਰ ਦਵੇ, ਜਾਂ ਬਾਰ-ਬਾਰ ਕਿਹਾ ਹੈ ਵੀ ਮੌਤ ਜਿਹੜੀ ਹੈ ਬੰਦੇ ਦੇ ਸਿਰ ਦੇ ਉੱਤੇ ਮੰਡਰਾ ਰਹੀ ਹੈ, ਪਤਾ ਨਹੀਂ ਕਿਹੜੇ ਪਲ ਦੇ ਵਿੱਚ ਜਿਹੜੀ ਹੈ ਉਹ ਬੰਦੇ ਨੂੰ ਮੌਤ ਆ ਜਾਣੀ ਹੈ। ਇਹਨਾਂ ਸਾਰੇ ਸ਼ਬਦਾਂ ਦਾ ਭਾਵ ਹੈ ਕਿ ਅਸੀਂ ਸੰਸਾਰ ਦੇ ਵਿੱਚ, ਪਰਿਵਾਰ ਦੇ ਵਿੱਚ, ਗ੍ਰਸਤ ਦੇ ਵਿੱਚ ਰਹਿੰਦਿਆਂ ਹੋਇਆਂ ਸਾਡੇ ਅੰਦਰ ਦੀ ਪਕੜ, ਅੰਦਰ ਦੀ ਮਮਤਾ ਉਸ ਮਾਇਆ ਦੇ ਨਾਲੋਂ ਜਿਹੜੀ ਹੈ ਉਹ ਟੁੱਟ ਜਾਵੇ ਅਤੇ ਸਾਡਾ ਅੰਦਰ, ਸਾਡਾ ਹਿਰਦਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਵਿੱਚ, ਉਹਦੇ ਪ੍ਰੇਮ ਦੇ ਵਿੱਚ ਭਿੱਜ ਜਾਵੇ। ਇਸ ਕਰਕੇ ਗੁਰੂ ਸਾਹਿਬ ਜੀ ਨੇ ਐਸੇ ਅਨੇਕਾਂ ਵਾਰ ਬੈਰਾਗਮਈ ਬਚਨ ਜਿਹੜੇ ਨੇ ਉਹ ਉਚਾਰਨ ਸਤਿਗੁਰੂ ਜੀ ਨੇ ਕੀਤੇ ਨੇ, ਜਿਨ੍ਹਾਂ ਦੇ ਵਿੱਚ ਸਾਨੂੰ ਇਸ ਸੰਸਾਰ ਨੂੰ ਨਾਸਵੰਤ ਦਰਸਾਇਆ ਹੈ। ਆਪਾਂ ਗੁਰੂ ਕੀ ਬਾਣੀ ਦੇ ਬਚਨ ਪੜ੍ਹਦੇ ਹਾਂ। ਧੰਨ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੈ, ਜਿਸ ਨੂੰ ਤੂੰ ਅਸਥਿਰ ਕਰ ਮਾਨੈ, ਤੇ ਪਾਹਣ ਦੋ ਦਾਹਾ, ਪੁੱਤਰ ਕਲੱਤਰ ਗ੍ਰਹਿ ਸਗਲ ਸਮੱਗਰੀ, ਸਭ ਮਿਥਿਆ ਸਨਾਹਾ। ਇਹ ਸਾਰਾ ਕੁਝ ਮਿਥਿਆ ਹੈ, ਨਾਸਵੰਤ ਹੈ। ਸੋ ਆਪਾਂ ਵਿਸਥਾਰ ਦੇ ਵਿੱਚ ਨਾ ਜਾਈਏ। ਅੱਜ ਦੇ ਇਸ ਬਚਨ ਵਿੱਚ ਵੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਸੰਸਾਰ ਨੂੰ ਮਿਥਿਆ ਦੱਸਦਿਆਂ ਹੋਇਆਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜਨ ਦੀ ਤਾਕੀਦ ਕੀਤੀ ਹੈ। ਆਓ ਇਸ ਪਾਵਨ ਸ਼ਬਦ ਦੀ ਅਖਰੀ ਅਰਥਾਂ ਦੀ ਵਿਚਾਰ ਨਾਲ ਸਾਂਝ ਪਾਈਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਨੌਵਾਂ। ਸਾਧੋ ਰਚਨਾ ਰਾਮ ਬਣਾਈ। ਗੌੜੀ ਰਾਗ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ, ਹੇ ਸਾਧ ਜਨੋ, ਹੇ ਗੁਰਮੁਖ ਜਨੋ, ਇਹ ਜਿਹੜੀ ਰਚਨਾ ਹੈ ਨਾ ਸਾਰੀ, ਉਸ ਰਾਮ ਨੇ, ਪਰਮਾਤਮਾ ਨੇ ਬਣਾਈ ਹੈ, ਪਰਮਾਤਮਾ ਨੇ ਪੈਦਾ ਕੀਤੀ ਹੈ। ਕੋਈ ਕਹਿੰਦਾ ਸੀ 3 ਦੇਵਤੇ ਨੇ, ਇੱਕ ਪੈਦਾ ਕਰਨ ਵਾਲਾ, ਇੱਕ ਰਿਜ਼ਕ ਦੇਣ ਵਾਲਾ ਅਤੇ ਇੱਕ ਮੌਤ ਦੇਣ ਵਾਲਾ।
ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ, ਉਹ ਇੱਕੋ ਹੀ ਹੈ ਅਤੇ ਸਭ ਕੁਝ ਹੀ ਉਹ ਹੈ ਕਰਨ ਵਾਲਾ, ਉਹ ਪੈਦਾ ਕਰਨ ਵਾਲਾ, ਰਿਜ਼ਕ ਦੇਣ ਵਾਲਾ, ਮੌਤ ਵੀ ਉਹਦੇ ਹੱਥ ਵਿੱਚ ਹੈ। ਇਹਨੂੰ ਸਾਜਣ ਵਾਲਾ ਉਹ ਆਪ ਹੀ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀ ਹੈ, ਕਰਾਸਨ ਡਿਠੋ ਚਾਓ। ਕਹਿੰਦੇ ਸਾਰੀ ਰਚਨਾ ਉਸ ਅਕਾਲ ਪੁਰਖ ਨੇ ਸਿਰਜੀ ਹੈ, ਬਣਾਈ ਹੈ। ਇੱਕ ਬਿਨਸੈ ਇੱਕ ਅਸਥਿਰ ਮਾਨੈ, ਅਚਰਜ ਲਖਿਓ ਨ ਜਾਈ ਰਹਾਓ। ਪਰ ਵੇਖੋ ਕਹਿੰਦੇ ਅਚਰਜ ਇਹ ਖੇਡ ਹੈ ਕਿ ਇੱਕ ਜੀਵ ਮਨੁੱਖ ਦੇ ਸਾਹਮਣੇ ਬਿਨਸ ਰਹੇ ਨੇ, ਨਾਸ ਹੋ ਰਹੇ ਨੇ। ਕਈ ਜੀਵ ਜਿਹੜੇ, ਕਈ ਲੋਕ ਜੰਮ ਰਹੇ ਨੇ, ਮਰ ਰਹੇ ਨੇ, ਅਨੇਕਾਂ ਹੀ ਨਾਸ ਹੋ ਰਹੇ ਨੇ। ਇੱਕ ਅਸਥਿਰ ਮਨ ਹੈ, ਪਰ ਇੱਕ ਬੰਦਾ ਫਿਰ ਵੀ ਆਪਣੇ ਆਪ ਨੂੰ ਅਸਥਿਰ ਮੰਨ ਰਿਹਾ ਹੈ। ਸਾਹਮਣੇ ਕਈ ਜੀਵ ਮਰ ਰਹੇ ਨੇ, ਜਾ ਰਹੇ ਨੇ, ਨਾਸ ਹੋ ਰਹੇ ਨੇ, ਕਿੰਨੀ ਪ੍ਰਕਿਰਤੀ, ਕਿੰਨੇ ਜੀਵ ਨਾਸ ਹੋ ਰਹੇ ਨੇ, ਪਰ ਆਪਣੇ ਆਪ ਨੂੰ ਫਿਰ ਵੀ ਸਥਿਰ ਮੰਨੀ ਬੈਠਾ ਹੈ ਵੀ ਮੈਂ ਥੋੜ੍ਹਾ ਮਰਨਾ। ਪਦਾਰਥਾਂ ਦਾ ਮੋਹ ਫਿਰ ਵੀ ਨਹੀਂ ਛੱਡਦਾ। ਬਾਬਾ ਫਰੀਦ ਸਾਹਿਬ ਨੇ ਕਿਹਾ, ਫਰੀਦਾ ਕਿੱਥੇ ਤੈਂਡੇ ਮਾਪਿਆ, ਜਿਨੀ ਤੂੰ ਜਣਿਓ ਹੈ, ਤੈ ਪੈਸੋਂ ਓਏ ਲੱਦ ਗਏ, ਤੂੰ ਅਜੇ ਨਾ ਪਤੀਣੋ ਹੈ। ਕਹਿੰਦੇ ਤੂੰ ਪਤੀਜਦਾ ਹੀ ਨਹੀਂ ਅਜੇ ਵੀ। ਅਸਥਿਰ ਮਨ ਹੈ, ਆਪਣੇ ਆਪ ਨੂੰ ਸਥਿਰ ਮੰਨ ਰਿਹਾ ਹੈ। ਕਹਿੰਦੇ ਅਚਰਜ ਲਖਿਓ ਨਾ ਜਾਈ, ਇਹ ਜਿਹੜਾ ਅਚਰਜ ਕੌਤਕ ਹੈ, ਤਮਾਸ਼ਾ ਹੈ, ਇਹ ਜਾਣਿਆ ਨਹੀਂ ਜਾਂਦਾ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਕਾਮ ਕ੍ਰੋਧ ਮੋਹ ਬਸ ਪ੍ਰਾਣੀ, ਹਰ ਮੂਰਤ ਬਿਸਰਾਈ। ਕਹਿੰਦੇ ਵਾਹਿਗੁਰੂ ਪਰਮਾਤਮਾ ਵਿਸਰਿਆ ਕਿਉਂ ਹੈ, ਵਾਹਿਗੁਰੂ ਪਰਮੇਸ਼ਰ ਭੁੱਲਿਆ ਕਿਉਂ? ਕਿਉਂਕਿ ਕਹਿੰਦੇ ਕਾਮ ਤੇ ਕ੍ਰੋਧ ਮੋਹ ਦੇ ਵਿੱਚ, ਇਹਨਾਂ ਵਿਕਾਰਾਂ ਦੇ ਵਸ ਵਿੱਚ ਇਹ ਜੀਵ ਹੋ ਗਿਆ ਹੈ। ਸਾਧ ਸੰਗਤ ਦੋ ਹੀ ਗੱਲਾਂ ਨੇ। ਜਿਹੜਾ ਮਨ ਦੇ ਮਗਰ ਲੱਗਦਾ ਹੈ ਜੀਵ, ਉਹ ਵਿਕਾਰਾਂ ਦੇ ਅਧੀਨ ਹੁੰਦਾ ਹੈ, ਵਿਕਾਰਾਂ ਦੇ ਵਸ ਵਿੱਚ ਹੁੰਦਾ ਹੈ। ਅਤੇ ਜਿਹੜਾ ਗੁਰੂ ਦੇ ਮਗਰ ਲੱਗਦਾ ਹੈ, ਵਿਕਾਰ ਉਹਦੇ ਵਸ 'ਚ ਹੁੰਦੇ ਨੇ। ਗੁਰਮੁਖ ਦੇ ਵਸ ਵਿੱਚ ਵਿਕਾਰ ਹੁੰਦੇ ਨੇ ਅਤੇ ਮਨਮੁਖ ਵਿਕਾਰਾਂ ਦੇ ਵਸ ਵਿੱਚ ਹੁੰਦਾ ਹੈ। ਇਹ ਦੋਵਾਂ ਵਿੱਚ ਫਰਕ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜੀਵ ਕਾਮ ਅਤੇ ਕ੍ਰੋਧ ਦੇ ਵਸ ਵਿੱਚ ਹੈ, ਅਤੇ ਗੁਰਮੁਖ ਤੇ ਉਹ ਹੈ ਸਭੇ ਇੰਦੀਆਂ ਵਸ ਕਰ ਦਿੱਤੀਆਂ, ਸਤਵੰਤਾ ਸਾੜਾ ਜਿਤ ਲਾਇਣ ਤਿੱਤੈ ਲੱਗਦੀਆਂ ਨੈ ਖਿੰਚੋ ਤਾੜਾ। ਗੁਰਮੁਖ ਦੇ ਵਸ ਵਿੱਚ ਨੇ ਸਾਰੇ ਇੰਦਰੇ, ਵਿਕਾਰ ਵਸ ਵਿੱਚ ਨੇ। ਇਸ ਕਰਕੇ ਉੱਥੇ ਤੇ ਵਿਕਾਰ ਵੀ ਡਰਨ ਲੱਗ ਜਾਂਦੇ ਨੇ। ਜੋਏ ਦੂਤ ਮੋਏ ਬਹੁਤ ਸੰਤਾਵਤ, ਤੇ ਭਿਆਨਕ ਭਇਆ, ਕਰੇ ਬੇਨਤੀ ਰਾਖ ਠਾਕੁਰ, ਤੇ ਹਮ ਤੇਰੀ ਸ਼ਰਨਾਇਆ। ਵਿਕਾਰ ਵੀ ਬੇਨਤੀ ਕਰਦੇ ਨੇ, ਅਸੀਂ ਤੇਰੀ ਸ਼ਰਨ 'ਚ, ਸਾਨੂੰ ਮਾਲਕ ਤੋਂ ਬਚਾ ਲਾ। ਪਰ ਕਹਿੰਦੇ ਮਨ ਦੇ ਮਗਰ ਲੱਗ ਕੇ ਜੀਵ ਕਾਮ ਕ੍ਰੋਧ ਤੇ ਮੋਹ ਦੇ ਵਸ ਵਿੱਚ ਹੋ ਗਿਆ। ਕਾਮ ਕ੍ਰੋਧ ਮੋਹ ਬਸ ਪ੍ਰਾਣੀ, ਹਰ ਮੂਰਤ ਬਿਸਰਾਈ। ਉਹ ਜੋ ਪਰਮਾਤਮਾ ਦੀ ਹਸਤੀ ਹੈ, ਜੋ ਵਾਹਿਗੁਰੂ ਪਰਮੇਸ਼ਰ ਹੈ, ਉਹ ਆਪਣੇ ਹਿਰਦੇ ਵਿੱਚੋਂ ਵਸਾ ਦਿੱਤਾ ਹੈ, ਵਿਸਾਰ ਦਿੱਤਾ ਇਸ ਨੇ। ਝੂਠਾ ਤਨ ਸਾਚਾ ਕਰ ਮਾਨਿਓ, ਜਿਉਂ ਸੁਪਨਾ ਰਹਿ ਨਾਈ। ਅਤੇ ਇਹ ਜਿਹੜਾ ਤਨ ਮਿਥਿਆ ਹੈ, ਝੂਠਾ ਹੈ, ਨਾਸਵੰਤ ਹੈ, ਇਹਨੂੰ ਸੱਚਾ ਕਰਕੇ ਮੰਨ ਲਿਆ ਵੀ ਇਹ ਸਦਾ ਸਥਿਰ ਰਹਿਣ ਵਾਲਾ ਹੈ। ਅਤੇ ਹੈ ਕਿਵੇਂ ਦਾ ਇਹ? ਮਹਾਰਾਜ ਕਹਿੰਦੇ ਜਿਉਂ ਸੁਪਨਾ ਰਹਿ ਨਾਈ, ਜਿਵੇਂ ਰਾਤ ਦਾ ਸੁਪਨਾ ਹੈ। ਸੁਪਨੇ ਦੇ ਵਿੱਚ ਮਨੁੱਖ ਜੋ ਕੁਝ ਵੀ ਵੇਖਦਾ ਹੈ, ਜੋ ਪਸਾਰਾ ਸਾਹਮਣੇ ਪਸਰਿਆ ਹੁੰਦਾ, ਉਦੋਂ ਉਹਨੂੰ ਬਿਲਕੁਲ ਸੱਚ ਲੱਗਦਾ ਹੈ, ਪਰ ਉਹ ਸੱਚਾ ਹੁੰਦਾ ਨਹੀਂ। ਕਹਿੰਦੇ ਜਿਵੇਂ ਰਾਤ ਦਾ ਸੁਪਨਾ ਝੂਠਾ ਨਾ, ਇਵੇਂ ਇਹ ਤਨ ਹੈ। ਜਿਉਂ ਸੁਪਨੇ ਹੋਏ ਬੈਸਤ ਰਾਜਾ, ਨੇਤਰ ਉਗਾਰੇ ਤਾਂ ਨਰਾਰਥ ਕਾਜਾ। ਜਿਉਂ ਸੁਪਨਾ ਅਰ ਪੇਖਣਾ, ਐਸੇ ਜਗ ਕੋ ਜਾਣ, ਜੈਸਾ ਸੁਪਨਾ ਰਹਿਣ ਕਾ ਤੈਸਾ ਇਹ ਸੰਸਾਰ। ਕਹਿੰਦੇ ਜਿਵੇਂ ਰਾਤ ਦਾ ਸੁਪਨਾ, ਇਵੇਂ ਇਹ ਤਨ ਝੂਠਾ ਹੈ, ਪਰ ਇਹਨੂੰ ਸੱਚਾ ਮੰਨ ਲਿਆ। ਜੋ ਦਿਸੈ ਸੋ ਸਗਲ ਬਿਨਾਸੈ, ਜਿਉਂ ਬਾਦਰ ਕੀ ਛਾਈ। ਕਹਿੰਦੇ ਜੋ ਵੀ ਦਿਸ ਰਿਹਾ, ਮਹਾਰਾਜ ਕਹਿੰਦੇ ਉਹ ਸਾਰਾ ਕੁਝ ਹੀ ਨਾਸ ਹੋਣ ਵਾਲਾ ਹੈ। ਦ੍ਰਿਸ਼ਟ ਮਾਨ ਹੈ ਸਗਲ ਮਥੇਨਾ, ਜਿਹੜਾ ਦਿਸਦਾ ਪਿਆ ਇਹਨਾਂ ਨੇਤਰਾਂ ਦੇ ਨਾਲ, ਇਹ ਸਾਰਾ ਬਿਨਸਣ ਵਾਲਾ ਹੈ, ਇਹ ਨਾਸ ਹੋ ਜਾਣ ਵਾਲਾ ਹੈ। ਕਿਵੇਂ? ਜਿਵੇਂ ਬੱਦਲ ਦੀ ਛਾਂ ਹੁੰਦੀ ਹੈ। ਮਾਈ ਮਾਇਆ ਛਲ, ਤ੍ਰਿਣ ਕੀ ਅਗਨ, ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਜਨ ਨਾਨਕ ਜਗ ਜਾਣਿਓ ਮਿਥਿਆ, ਰਹਿਓ ਰਾਮ ਸ਼ਰਨਾਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਜਿਹੜੇ ਰੱਬ ਦੇ ਪਿਆਰੇ ਨੇ, ਰੱਬ ਦੇ ਸੇਵਕ ਨੇ, ਉਹਨਾਂ ਨੇ ਇਸ ਜਗਤ ਨੂੰ ਮਿਥਿਆ ਜਾਣ ਲਿਆ, ਇਸ ਸੰਸਾਰ ਨੂੰ ਝੂਠਾ ਜਾਣ ਲਿਆ, ਸੰਸਾਰ ਨੂੰ ਨਾਸਵੰਤ ਜਾਣ ਕੇ ਰਹਿਓ ਰਾਮ ਸ਼ਰਨਾਈ। ਸਦਾ ਵਾਸਤੇ ਉਸ ਰਮੇ ਹੋਏ ਰਾਮ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਉਹ ਰਹਿੰਦੇ ਨੇ ਕਿ ਇੱਕ ਪਰਮਾਤਮਾ ਹੀ ਜਿਹੜਾ ਸਦੀਵੀ ਹੈ, ਜਿਹੜਾ ਸਥਿਰ ਹੈ, ਅਤੇ ਉਹਦੀ ਸ਼ਰਨ ਦੇ ਵਿੱਚ ਉਹ ਸੰਸਾਰ ਨੂੰ ਮਿਥਿਆ ਜਾਣ ਕੇ ਅਤੇ ਪਰਮਾਤਮਾ ਦੀ ਸ਼ਰਨ ਦੇ ਵਿੱਚ ਰਹਿੰਦੇ ਨੇ। ਅਤੇ ਉਹਨਾਂ ਦਾ ਆਇਆ ਇਸ ਸੰਸਾਰ ਦੇ ਵਿੱਚ ਮਨੁੱਖਾ ਜੀਵਨ ਜਿਹੜਾ ਹੈ ਉਹ ਸਫਲ ਹੁੰਦਾ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ।